प्यारे विद्यार्थियों, सब तो पहला आप सब नूं मेरे वल्लों प्यार भरी सत श्री अकाल। तुहाडे सारिਆਂ ਦੇ ਲਈ ਜਿਹੜੇ ਤੁਹਾਡੇ ਫਾਈਨਲ ਐਗਜ਼ਾਮਸ ਨੇ ਉਹਨਾਂ ਦੀ ਤਿਆਰੀ ਦੇ ਲਈ ਡਿਪਾਰਟਮੈਂਟ ਦੇ ਵੱਲੋਂ ਕੁਐਸਚਨ ਬੈਂਕ ਮੈਥ ਦੇ ਪੇਪਰ ਦੀ ਤਿਆਰੀ ਦੇ ਲਈ ਬਣਾ ਕੇ ਭੇਜਿਆ ਗਿਆ ਹੈ, ਜਿਹਦੇ ਵਿੱਚ 1-1 ਨੰਬਰ ਦੇ 2-2 ਨੰਬਰ ਦੇ 4-4 ਨੰਬਰ ਦੇ ਤੇ 6-6 ਨੰਬਰ ਦੇ ਕੁਐਸਚਨਸ ਨੇ। ਉਹਨਾਂ ਦੇ ਵਿੱਚੋਂ ਅੱਜ ਆਪਾਂ 1-1 ਨੰਬਰ ਦੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਕਰਾਂਗੇ ਸੋਲਵ। ਇਸ ਤੋਂ ਪਹਿਲਾਂ 1-1 ਨੰਬਰ ਦੇ ਕੁਐਸਚਨਸ ਦੇ ਉੱਤੇ ਇੱਕ ਵੀਡੀਓ ਬਣਾਈ ਗਈ ਸੀ, ਜਿਸ ਦੇ ਵਿੱਚ ਇसी ਬੁਕਲੈਟ ਦੇ ਫਸਟ 40 ਕੁਐਸਚਨਸ ਨੇ ਜਿਹੜੇ ਉਹ ਸੋਲਵ ਕੀਤੇ ਗਏ ਨੇ। ਉਸ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਤੇ ਜਾਂ ਫਿਰ ਉੱਪਰ ਜਿਹੜਾ ਆਈ ਬਟਨ ਹੁੰਦਾ ਹੈ ਸੁਜੈਸਟਡ ਵੀਡੀਓਜ਼ ਦਾ, ਉਹਦੇ ਵਿੱਚ ਵੀ ਉਸ ਦਾ ਲਿੰਕ ਤੁਹਾਨੂੰ ਮਿਲ ਜਾਏਗਾ। ਉਹ ਵੀਡੀਓ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਥੋੜਾ ਜਿਹਾ ਚੇਂਜ ਹੈ ਉਹਨਾਂ 40 ਕੁਐਸਚਨਸ ਦੇ ਵਿੱਚੋਂ 2 ਕੁਐਸਚਨਸ ਦੇ ਵਿੱਚ। ਪਹਿਲਾਂ ਆਪਾਂ ਉਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ। ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਕੁਐਸਚਨ ਨੰਬਰ 13 ਹੈ ਜਿਹੜਾ ਉਹ ਚੇਂਜ ਕੀਤਾ ਗਿਆ ਹੈ, ਕਿਉਂਕਿ ਜਿਹੜੇ ਪਿਛਲੇ ਕੁਐਸਚਨਸ ਸੀ ਟ੍ਰਿਗਨੋਮੈਟਰੀ ਦੇ ਵਿੱਚੋਂ ਉਹ ਤੁਹਾਡੇ ਸਿਲੇਬਸ ਦੇ ਵਿੱਚੋਂ ਕੱਢ ਦਿੱਤੇ ਗਏ ਨੇ। ਉਹ ਵਾਲਾ ਟੌਪਿਕ ਕੰਪਲੀਮੈਂਟਰੀ ਐਂਗਲਸ ਵਾਲਾ ਟੌਪਿਕ ਸੀ ਜੋ ਉਹ ਤੁਹਾਡੇ ਸਿਲੇਬਸ ਵਿੱਚੋਂ ਨਿਕਾਲ ਦਿੱਤਾ ਗਿਆ। ਇਸ ਲਈ ਇਹ ਕੁਐਸਚਨ ਚੇਂਜ ਹੈ, ਇਸ ਨੂੰ ਆਪਾਂ ਸੋਲਵ ਕਰਕੇ ਦੇਖਾਂਗੇ। ਓਕੇ, ਇਹਦੇ ਵਿੱਚ ਹੈ ਆਪਣੇ ਕੋਲ cos 60 ਡਿਗਰੀ ਮਾਈਨਸ sin 30 ਡਿਗਰੀ। ਹਾਂਜੀ, ਹੁਣ ਇਹਨਾਂ ਦੀਆਂ ਜਿਹੜੀਆਂ ਵੈਲਿਊਜ਼ ਨੇ ਸਟੈਂਡਰਡ ਵੈਲਿਊਜ਼ ਉਹ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਵੈਲਿਊਜ਼ ਦੇ ਟੇਬਲ ਤੋਂ, ਜਾਂ ਵੈਲਿਊਜ਼ ਦਾ ਟੇਬਲ ਤੁਹਾਨੂੰ ਬਣਾਉਣਾ ਆਉਂਦਾ ਹੋਏ ਤਾਂ ਉੱਥੋਂ ਤੁਸੀਂ ਇਹਦੀਆਂ ਵੈਲਿਊਜ਼ ਲੱਭ ਕੇ ਇਹਦੇ ਵਿੱਚ ਭਰ ਸਕਦੇ ਹੋ। cos 60 ਡਿਗਰੀ ਦੀ ਵੈਲਿਊ ਹੁੰਦੀ ਹੈ ਆਪਣੇ ਕੋਲ 1/2 ਤੇ sin 30 ਦੀ ਵੈਲਿਊ ਵੀ ਹੁੰਦੀ ਹੈ 1/2 ਤੇ ਇਹਨਾਂ ਦੇ ਵਿੱਚ ਹੈ ਮਾਈਨਸ। ਸੋ 1/2 ਦੇ ਵਿੱਚੋਂ 1/2 ਨੂੰ ਸਬਟਰੈਕਟ ਕਰਾਂਗੇ ਤਾਂ ਆਪਾਂ ਨੂੰ ਮਿਲੇਗਾ 0 ਇਜ਼ ਦਾ ਆਨਸਰ। ਇਸ ਤੋਂ ਬਾਅਦ ਅੱਗੇ ਗੱਲ ਕਰੀਏ, ਜਿਹੜਾ ਹੋਰ ਕੁਐਸਚਨ ਉਹਨਾਂ 40 ਕੁਐਸਚਨਸ ਤੋਂ ਇਲਾਵਾ ਇਹਦੇ ਵਿੱਚ ਚੇਂਜ ਕੀਤਾ ਗਿਆ ਹੈ ਉਹ ਹੈ ਇੱਕ ਹੋਰ ਟ੍ਰਿਗਨੋਮੈਟਰੀ ਦਾ ਕੁਐਸਚਨ, ਜੋ ਕਿ ਹੈ ਕੁਐਸਚਨ ਨੰਬਰ 28। ਹਾਂਜੀ, ਇਹਦੇ ਵਿੱਚ ਜੋ ਸਟੇਟਮੈਂਟ ਹੈ ਆਪਾਂ ਇਹਨੂੰ ਸੋਲਵ ਕਰਦੇ ਹਾਂ ਹੁਣ। sin 30 ਡਿਗਰੀ cos 45 ਡਿਗਰੀ ਤੇ tan 60 ਇਹਨਾਂ ਦੀਆਂ ਵੈਲਿਊਜ਼ ਨੂੰ ਫਿਲ ਕਰਕੇ ਉਹਨਾਂ ਨੂੰ ਕਰਾਂਗੇ ਮਲਟੀਪਲਾਈ। sin 30 ਦੀ ਵੈਲਿਊ ਪਹਿਲਾਂ ਵੀ ਗੱਲ ਕੀਤੀ ਹੈ 1/2 ਇੰਟੂ cos 45 1/√2 ਇੰਟੂ tan 60। tan 60 ਦੀ ਵੈਲਿਊ ਹੁੰਦੀ ਹੈ ਆਪਣੇ ਕੋਲ √3। ਹੁਣ ਇਹਨੂੰ ਸੋਲਵ ਕਰਾਂਗੇ ਤਾਂ ਆਪਣੇ ਕੋਲ ਆ ਜਾਏਗਾ √3/2√2। ਜੇ ਇਹਨੂੰ ਅੱਗੇ ਆਪਾਂ ਰੈਸ਼ਨਲਾਈਜ਼ ਕਰ ਦਈਏ ਤਾਂ √2 ਨਾਲ ਉੱਪਰ ਤੇ ਹੇਠਾਂ ਆਪਾਂ ਮਲਟੀਪਲਾਈ ਕਰ ਸਕਦੇ ਹਾਂ। ਇਹ ਰੈਸ਼ਨਲਾਈਜ਼ ਕਿਉਂ ਕਰਦੇ ਹੁੰਦੇ ਆ? ਕਿਉਂਕਿ ਆਪਾਂ ਡੈਨੋਮੀਨੇਟਰ ਯਾਨੀ ਕਿ ਹਰ ਦੇ ਵਿੱਚ ਰੂਟ ਵਾਲੀ ਟਰਮ ਨਹੀਂ ਛੱਡਦੇ ਹੁੰਦੇ। ਸੋ ਇਹ ਬਣ ਜਾਏਗਾ √3 ਨੂੰ √2 ਨਾਲ ਮਲਟੀਪਲਾਈ ਕਰਕੇ √6 ਓਵਰ ਆਹ 2 ਪਹਿਲਾਂ ਹੀ ਹੈ ਆਪਣੇ ਕੋਲ, ਆਹ √2 ਤੇ ਆਹ √2 ਮਲਟੀਪਲਾਈ ਹੋਣਗੇ ਤਾਂ ਇੱਥੋਂ ਵੀ ਆਪਾਂ ਨੂੰ 2 ਮਿਲ ਜਾਏਗਾ। ਸੋ ਇਹ ਬਣ ਜਾਏਗਾ ਆਪਣੇ ਕੋਲ √6 ਓਵਰ 2 ਇੰਟੂ 2 4। ਸੋ ਇਹ ਆ ਜਾਏਗਾ ਇਸ ਕੁਐਸਚਨ ਦਾ ਆਨਸਰ। ਇਸ ਤੋਂ ਬਿਨਾਂ ਜਿਹੜੇ ਬਾਕੀ 38 ਕੁਐਸਚਨਸ ਨੇ ਉਹ ਉਹੀ ਕੁਐਸਚਨ ਨੇ ਜਿਹੜੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਸੋਲਵ ਕਰ ਚੁੱਕੇ ਹਾਂ। ਹੁਣ ਆਪਾਂ 41st ਕੁਐਸਚਨ ਤੋਂ ਸਟਾਰਟ ਕਰਾਂਗੇ। ਤਾਂ ਆਉਂਦੇ ਹਾਂ ਆਪਾਂ ਅੱਗੇ 41st ਕੁਐਸਚਨ ਤੇ, ਜੋ ਕਿ ਹੈ ਦਾ ਐਂਗਲ ਇਨਸਕ੍ਰਾਈਬਡ ਇਨ ਸੈਮੀ ਸਰਕਲ ਇਜ਼ ਡੈਸ਼। ਹਾਂਜੀ, ਕਹਿੰਦਾ ਅਰਧ ਚੱਕਰ ਜਿਹੜਾ ਹੈ ਉਹਦੇ ਵਿੱਚ ਜਿਹੜਾ ਕੋਣ ਬਣਦਾ ਹੈ ਉਹ ਕਿਸ ਤਰ੍ਹਾਂ ਦਾ ਹੁੰਦਾ ਹੈ, ਉਹਦੀ ਗੱਲ ਕਰ ਰਿਹਾ ਹੈ। ਇਸ ਦੇ ਲਈ ਪਹਿਲਾਂ ਆਪਾਂ ਇੱਕ ਸਰਕਲ ਡਰਾ ਕਰਕੇ ਦੇਖਦੇ ਹਾਂ। ਹਾਂਜੀ, ਸਰਕਲ ਦੇ ਵਿੱਚ ਸੈਂਟਰ ਦੇ ਵਿੱਚੋਂ ਜਿਹੜੀ ਲਾਈਨ ਪਾਸ ਕਰਦੀ ਹੈ ਤੁਸੀਂ ਸਾਰੇ ਜਾਣਦੇ ਹੋ, ਉਹ ਹੁੰਦਾ ਡਾਇਆਮੀਟਰ ਯਾਨੀ ਕਿ ਵਿਆਸ। ਤੇ ਸਰਕਲ ਦਾ ਵਿਆਸ ਹੁੰਦਾ ਜਿਹੜਾ ਉਹ ਸਰਕਲ ਨੂੰ 2 ਹਿੱਸਿਆਂ ਦੇ ਵਿੱਚ ਵੰਡਦਾ ਹੈ, 2 ਬਰਾਬਰ ਹਿੱਸੇ, ਤੇ ਉਹ ਦੋਨੋਂ ਹੀ ਹੁੰਦੇ ਨੇ ਸੈਮੀ ਸਰਕਲ। ਹੁਣ ਸੈਮੀ ਸਰਕਲ ਦੇ ਵਿੱਚ ਜਿਹੜਾ ਐਂਗਲ ਬਣੇਗਾ ਉਹ ਕਿਸ ਤਰ੍ਹਾਂ ਦਾ ਹੋਏਗਾ? ਇੱਥੋਂ ਕੋਈ ਲਾਈਨ ਆਏਗੀ ਤੇ ਇੱਥੋਂ ਇਹਨੂੰ ਆਪਾਂ ਡਾਇਆਮੀਟਰ ਦੇ ਦੂਜੇ ਐਂਡ ਨਾਲ ਜੁਆਇਨ ਕਰਾਂਗੇ ਤਾਂ ਆਹ ਜਿਹੜਾ ਐਂਗਲ ਬਣਦਾ ਪਿਆ ਉਹ ਇਸ ਦੀ ਗੱਲ ਕਰਦਾ ਪਿਆ ਤੇ ਇਹ ਐਂਗਲ ਹਮੇਸ਼ਾ ਹੀ 90 ਡਿਗਰੀ ਦਾ ਹੁੰਦਾ ਹੈ। ਸੋ ਸੈਮੀ ਸਰਕਲ ਦਾ ਜਿਹੜਾ ਐਂਗਲ ਹੁੰਦਾ ਹੈ ਉਹ ਹੁੰਦਾ ਹੈ 90 ਡਿਗਰੀ ਦਾ। ਜਾਂ ਤਾਂ ਉਹਨੇ ਡਾਇਰੈਕਟ ਕੁਐਸਚਨ ਪੁੱਛਿਆ ਹੋਵੇ ਕਿ ਸੈਮੀ ਸਰਕਲ ਦਾ ਐਂਗਲ ਕਿੰਨੇ ਡਿਗਰੀ ਦਾ ਹੈ, ਉਹਦਾ ਆਨਸਰ ਫਿਰ ਆਪਣੇ ਕੋਲ ਇੱਥੇ ਬਣ ਜਾਏਗਾ ਰਾਈਟ ਐਂਗਲ ਯਾਨੀ ਕਿ ਸਮਕੋਣ। ਜੇ ਉਹਦਾ ਮਾਪ ਪੁੱਛਿਆ ਹੋਇਆ ਤਾਂ ਆ ਜਾਏਗਾ 90 ਡਿਗਰੀ ਯਾਨੀ ਕਿ ਮੈਜ਼ਰ ਦੀ ਗੱਲ ਹੋ ਰਹੀ ਹੋਵੇ ਤਾਂ। ਅੱਛਾ, ਜੇਕਰ ਉਹਨੇ ਸੈਮੀ ਸਰਕਲ ਵਰਡ ਨਾ ਯੂਜ਼ ਕੀਤਾ
तो इस तरह ਤੁਹਾਨੂੰ डायग्राम दे ਦਿੱਤੀ ਤੇ डायग्राम ਦੇ ਵਿੱਚ ਇੱਥੇ ਕੋਈ ਪੁਆਇੰਟ ਦੇ ਕੇ ਕਹਿ ਦਿੱਤਾ O ਜਾਂ C ਕੋਈ ਵੀ ਪੁਆਇੰਟ ਕਿ ਇਹ ਚੱਕਰ ਦਾ ਕੇਂਦਰ ਹੈ ਯਾਨੀ ਕਿ ਸੈਂਟਰ ਹੈ ਤਾਂ ਤੁਸੀਂ ਸਮਝ ਜਾਣਾ ਕਿ ਸੈਂਟਰ ਦੇ ਵਿੱਚੋਂ ਲਾਈਨ ਜਾ ਰਹੀ ਹੈ ਤਾਂ ਇਹ ਡਾਇਆਮੀਟਰ ਹੋ ਗਿਆ ਤੇ ਡਾਇਆਮੀਟਰ ਜਿਹੜਾ ਹੁੰਦਾ ਉਹ ਸਰਕਲ ਨੂੰ ਦੋ ਸੈਮੀ ਸਰਕਲਸ ਦੇ ਵਿੱਚ ਡਿਵਾਈਡ ਕਰ ਦਿੰਦਾ ਹੈ ਤਾਂ ਉਸ ਕੇਸ ਦੇ ਵਿੱਚ ਵੀ अंडरस्टूड है कि यह सैमी सर्कल ही होएगा तो ये जोड़ा एंगल होएगा यह 90 डिग्री का होएगा। सो किसी भी तरह क्वेश्चन आ जाए तो तुसी ध्यान रखना है इसका। आने अगले क्वेश्चन ते आपां जो कि है अपने कोल अच्छा यदियां ऑप्शंस भी पईयां ने अपने कोल ऑप्शंस हैं लैस दैन 90 डिग्री ग्रेटर दैन 90 डिग्री इक्वल टू 90 डिग्री। हाँ ये आपां डिस्कस कर चुके हैं कि जोड़ा एंगल हुंदा है 90 डिग्री का हुंदा है। सो सी ऑप्शन इस दे लई करैक्ट ऑप्शन है। हाँ जी अगले क्वेश्चन ते आने आपां डायग्राम दिती हुई है नाल PT एक टेंजेंट दिती हुई है जिवें तुसीं देख सकते हो PT सर्कल की टेंजेंट है तो आह एक सीकेंट है यानी कि छेदक रेखा है तो उस तो बाद उन्हें आपां नूं PT की लेंथ दी हुई है PA की लेंथ दी हुई है तो PB की लेंथ है जिहड़ी ओह आपां इहदे विच पता करनी है। हाँ जी इहदे विच एक फॉर्मूला अपने कोल जिहड़ा लगेगा वो डिस्कस करते हैं। इस तरह की डायग्राम जदों होवे अपने कोल ਤਾਂ ਜਿਹੜੀ ਛੇਦਕ ਰੇਖਾ ਹੁੰਦੀ ਹੈ ਸੀਕੈਂਟ ਉਹਦੇ ਜਿਹੜੇ ਹਿੱਸੇ ਹੁੰਦੇ ਨੇ ਆਹ ਐਕਸਟਰਨਲ ਪੁਆਇੰਟ P ਤੋਂ ਸਟਾਰਟ ਹੋ ਕੇ P ਤੋਂ A ਤੱਕ ਜੋ ਪਾਰਟ ਹੁੰਦਾ ਹੈ PA ਇਨਟੂ ਫਿਰ ਆਹੀ P ਤੋਂ ਲੈ ਕੇ B ਤੱਕ ਦਾ ਟੋਟਲ ਡਿਸਟੈਂਸ PB ਇਹਨਾਂ ਦੋਨਾਂ ਦਾ ਪ੍ਰੋਡਕਟ ਹੁੰਦਾ ਹੈ ਜਿਹੜੀ ਟੈਂਜੈਂਟ ਹੁੰਦੀ ਹੈ ਇੱਥੇ ਆਪਣੇ ਕੋਲ PT ਉਹਦੇ ਸਕੁਅਰ ਦੇ ਇਕੁਅਲ। ਸੋ ਇਹ ਤੁਸੀਂ ਯਾਦ ਰੱਖਣਾ ਹੈ PA ਇਨਟੂ PB ਆ ਸਾਰੀ PB ਨੋਟ AB ਬਟ PB PA इंटू PB इज इक्वल्स टू PT स्क्वेयर। हुण इहदे विच जेकर आपां वैल्यूज़ भर दईए तां PT की जगह ते 6 भरिया जाएगा सो इधर 6 का स्क्वेयर दूसरी साइड ते PA जो कि है 4 इंटू PB एज इट इज़ आ जाएगा अपने कोल क्योंकि इहदी तां लेंथ पता करनी है आपां। हुण इस तो बाद नैक्सट स्टैप हो जाएगा ये 4 इंटू PB इज इक्वल्स टू 36 फिर आह 4 दे टेबल ते 36 कैंसल करांगे तां PB की लेंथ आ जाएगी अपने कोल 9 सेंटीमीटर ये बनेगा अपने को इसका आंसर। देखते हैं कि ऑप्शन च है। सो यह पे अपने को सी ऑप्शन दे विच तां इस क्वेश्चन के लिए सी ऑप्शन है जी करैक्ट ऑप्शन है। अगले क्वेश्चन ते आने 43rd क्वेश्चन ते द लेंथ ऑफ टेंजेंट्स ड्रॉन टू द सर्कल फ्रॉम एन एक्सटर्नल पॉइंट इज। हाँ जी कहता जो बाहरी बिंदु तो सर्कल के उत्ते टेंजेंट्स ड्रॉ कीतियां जांदियां ने तां उन्हां दी जिहड़ी लंबाई है यानी कि लेंथ है वो ऑप्शनस ने इक्वल हुंदी है B अनइक्वल C पैरेलल ते D परपेंडिकुलर टू ईच अदर। हाँ जी आपां नूं पता है एक्सटर्नल पॉइंट दे उत्तों जदों आपां सर्कल दे उपर टेंजेंट्स ड्रॉ करते हैं इस तरह उन्हां दीयां जिहड़ियां लंबाइयां ने वो हुंदियां ने आपस दे विच बराबर। सो इस दी जिहड़ी पहली A ऑप्शन है वो करैक्ट ऑप्शन होएगी। अगले क्वेश्चन ते आने टू सर्कल्स टच ईच अदर एक्सटर्नली एट अ पॉइंट। कहंदा दो चक्कर ने वो एक दूजे नूं बाहर तो टच करते पे ने द नंबर ऑफ कॉमन टेंजेंट्स ड्रॉन टू द सर्कल्स आर। कहंदा सर्कल जिहड़े वो दो सर्कल्स ने एक दूजे नूं टच करते पे उन्हां ते कॉमन टेंजेंट्स यानी कि जिहड़ियां उन्हां दियां सांझियां स्पर्श रेखावां ने वो किन्नियां हो सकदियां ने। सो इहदे लई डायग्राम देखते हैं आपां बना के। हाँ जी एक आ सर्कल हो गया एक होर सर्कल बनाने इहदे नाल आपां। हाँ जी ये सर्कल इन्हां दोनों की गल करदा पिया वो तुसीं देख सकते हो एक दूजे नूं टच करते पे ने बाहर तो एक्सटर्नली। हाँ जी हुण इन्हां दी जिहड़ियां टेंजेंट्स ने कॉमन टेंजेंट्स वो किस तरह हो सकदियां ने वो देखते हैं। हाँ जी एक तो इस तरह हो सकती है। हाँ जी इस तरह इधरों ड्रॉ कर सकते हैं आपां। सो एक टेंजेंट ये होगी एक ये होगी एक ये होगी एक होर जेकर आपां ड्रॉ करनी चाहिए तो इहदे विच्चों भी ड्रॉ कर सकते हैं। सो इस तरह इन्हां दो सर्कल्स दियां अपने कोल 3 कॉमन टेंजेंट्स हो जाणगियां एक ये ते एक ए वाली। सो इसका आंसर बनेगा 3। सो बी ऑप्शन इस दे लई करैक्ट ऑप्शन है अपने कोल। हाँ जी अगले क्वेश्चन ते आने 45th क्वेश्चन ते एनी साइक्लिक पैरेललोग्राम इज। हाँ जी साइक्लिक पैरेललोग्राम यानी कि चक्कर दे अंदर बनने वाला समांतर चतुर्भुज किस तरह का हुंदा है वो देखते हैं आपां। हाँ जी एक अपने कोल है सर्कल ते उस दे अंदर है अपने कोल एक चतुर्भुज। हाँ जी ये तुसीं देख सकते हो कि देखने नूं किस तरह का लग रहा है। हाँ जी ये एक है अपने कोल रैक्टेंगल।
सो इसका आंसर आएगा अपने को एक आयत। सो बी ऑप्शन यानी कि रैक्टेंगल इसका सही आंसर होएगा। अगे 46 क्वेश्चन ते आने हुण आपां। S1 and S2 are two circles on a plane with radii 4 cm and 2 cm रिस्पैक्टिवली। कहंदा दो सर्कल्स ने S1 ते S2 जिन्हां दे अर्धव्यास 4 cm ते 2 cm ने, ते कहंदा एंड द डिस्टेंस बिटवीन देयर सेंटर्स इज़ 3 cm। कहंदा उन्हां दे केंद्रां दे विच 3 cm दा अंतर है या दूरी है। विच ऑफ द फॉलोइंग स्टेटमेंट इज़ ट्रू। तो इन्हां दे विचों किहड़ी स्टेटमेंट है जिहड़ी ओह सही है। कहंदा S2 S1 दे अंदर है। S1 एंड S2 टच ईच अदर इंटरनली। ओह अंदरूनी तौर पर एक दूजे नूं छूंहदे ने अंदरों दी। S1 एंड S2 टच ईच अदर एक्सटर्नली, बाहरों छूंहदे ने। या फिर S1 एंड S2 इंटरसैक्ट इन टू डिस्टिंक्ट पॉइंट्स, दो अलग अलग बिंदुओं ते एक दूजे नूं कटदे ने। सो इहदे लई आपां डायग्राम बना के देखते हैं। हाँ जी, आपां एक जेकर सर्कल लईए, यह अपना वड्डा सर्कल हो गया से S1, ये हो गया S1। हाँ जी, यदा सेंटर इत्थे लैके आपां इहदे विच रेडियस ड्रॉ करिए तो यह है दिता होया आपां नूं 4 सेंटीमीटर, तो 4 सेंटीमीटर का अद्धा हो गया 2 सेंटीमीटर। आ सो हो जाएगा 2 सेंटीमीटर। तो जिहड़ा छोटा सर्कल है वह रेडियस ही 2 सेंटीमीटर, यदा मतलब वो सर्कल अपना इत्थे बन सकता है। सो जेकर वो आपां सर्कल इत्थे बना के देखिए तो इस तरह बन सकता है अपने को। हाँ जी, इस तरह वो बन जाएगा अंदर अंदर। उस केस दे विच आ वड्डे सर्कल का सेंटर इत्थे है जो, तो आ छोटे सर्कल का सेंटर इत्थे है जो, इन्हां दे विच डिस्टेंस कितना हो जाएगा 2 सेंटीमीटर। तो उन्हें कहा जिहड़ा उन्हां दे सेंटर दे विच डिस्टेंस है 3 सेंटीमीटर है। ਇਹਦਾ मतलब ये जिहड़ा छोटा सर्कल होएगा वो इत्थे नहीं होएगा, तो यह थोड़ा जिहा इधर नूं होएगा। क्योंकि यह इधर नूं होएगा तो ही अपने कोल है जिहड़ा वो डिस्टेंस 2 की बजाय आ सेंटर इधर नूं खिसकेगा। इत्थे एक लैके आवांगे सेंटर, ताकि आह 2 सेंटीमीटर तो 1 सेंटीमीटर इत्थे हो जाएगा, तो 3 सेंटीमीटर का जिहड़ा है इन्हां दे विच फर्क पै जाएगा। सो उसकी डायग्राम बना के देखते हैं हुण आपां। हाँ जी, उस केस दे विच अपने कोल डायग्राम इस तरह की बन जाएगी कुछ। आ हो गया, तो आ हो जाएगा इसका केंद्र। आ केंद्र तो हो गया अपने कोल 4 सेंटीमीटर का डिस्टेंस। इत्थे तक अपने कोल हो गया 2। तो क्योंकि छोटे सर्कल तो वड्डे सर्कल के सेंटर दे विच आ हुण वड्डे सर्कल का सेंटर तो है, छोटे सर्कल का सेंटर आपां इस तो 3 सेंटीमीटर के डिस्टेंस से रखना, जो कि इत्थे का आएगा। हाँ जी, इत्थे आएगा जदों उसका सेंटर, तो सर्कल है जिहड़ा वो अपने कोल किस तरह बनेगा, वो अपने कोल इस तरह बन जाएगा इत्थे करके। हुण इत्थे आपां देख सकते हैं वो जिहड़ा सर्कल है छोटा सर्कल वो वड्डे सर्कल नूं 2 भिन्न भिन्न बिंदुओं ते कटदा पिया है। ਇਹਦਾ मतलब S1 एंड S2 इंटरसैक्ट इन 2 डिस्टिंक्ट पॉइंट्स। डी ऑप्शन है जिहड़ी ਉਹ ਇਸ ਦੇ ਲਈ करैक्ट ऑप्शन होएगी। हाँ जी, अगले क्वेश्चन ते आने हुण आपां 47th क्वेश्चन ते। थ्रू एनी गिवन सैट ऑफ 4 डिफरेंट पॉइंट्स इट इज़ पॉसीबल टू ड्रॉ। कहते दिते गए 4 बिंदुआं दे विच्चों संभव है एट मोस्ट 1 सर्कल, वध तो वध एक चक्कर खिंचना। एग्जैक्टली 1 सर्कल, एग्जैक्टली 2 सर्कल्स, एग्जैक्टली 3 सर्कल्स। हाँ जी, इत्थे अपने कोल 4 डिफरेंट पॉइंट्स ना हो के अपने कोल ये होने चाहिए सी 3 डिफरेंट पॉइंट्स, क्योंकि जिहड़ा क्वेश्चन बनता है वो 3 डिफरेंट पॉइंट्स का बनता है। तो 3 डिफरेंट पॉइंट्स यानी 3 अलग अलग बिंदुआं दे विच्चों एक ते केवल एक सर्कल ही लंघ सकता है। एग्जैक्टली 1 सर्कल। सो बी ऑप्शन इस दे लई करैक्ट ऑप्शन बनेगी, पर बिंदु अपने कोल 3 होने चाहिए ने 4 की बजाय। तो अगले क्वेश्चन ते आने 48th क्वेश्चन ते। एंगल सबटेंडेड बाय एनी आर्क ऑफ द सर्कल ऑन द सेंटर ऑफ द सर्कल इज डैश द एंगल एट एनी पॉइंट ऑन द सर्कल। हाँ जी, ये कंसैप्ट तुसी 9th क्लास दे विच कर चुके हो। ऑप्शन दित्तियां हुई ने हाफ, डबल, इक्वल ते नन ऑफ दीस, इन्हां दे विचों कोई नहीं। केंद्र ते बनिया कोण ਚੱਕਰ ਦੇ ਕਿਸੇ ਹੋਰ ਭਾਗ ਤੇ ਬਣੇ ਕੋਣ ਦਾ ਦੁੱਗਣਾ ਹੁੰਦਾ ਹੈ, ਇਹ ਆਪਾਂ ਕੀਤਾ ਸੀ। ਸੋ ਡਬਲ यानी कि बी ऑप्शन इस दे लई करैक्ट ऑप्शन होएगी।
ਤੇ ਇਸ ਦੀ ਆਪਾਂ ਡਾਇਗਰਾਮ ਬਣਾ ਕੇ ਵੀ ਐਕਸਪਲੇਨ ਕਰ ਦਿੰਦੇ ਹਾਂ ਤੁਹਾਨੂੰ, ਤਾਂ ਕਿ ਤੁਹਾਨੂੰ ਯਾਦ ਰਹੇ। ਹਾਂਜੀ, ਇਹ ਸਰਕਲ ਹੈ। ਸਰਕਲ ਦੀ ਕੋਈ ਵੀ ਆਰਕ ਸੇ ਇੱਥੋਂ ਇੱਥੇ ਤੱਕ ਇਹ ਸੈਂਟਰ ਤੇ ਇੱਕ ਐਂਗਲ ਬਣਾਉਂਦੀ ਪਈ ਹੈ, ਆਹ ਵਾਲਾ ਸੇ, ਤੇ ਸਰਕਲ ਦੇ ਬਾਕੀ ਭਾਗ ਤੇ ਆਹ ਵਾਲਾ ਐਂਗਲ ਬਣਾਉਂਦੀ ਪਈ ਹੈ, ਆਹ ਵਾਲਾ। ਹੁਣ ਆਹ ਜਿਹੜਾ ਐਂਗਲ ਹੋਏਗਾ, ਇਹ ਐਂਗਲ ਇਸ ਐਂਗਲ ਦਾ ਹੋਏਗਾ ਡਬਲ। ਜੇਕਰ ਇਹ 30 ਡਿਗਰੀ ਹੈ ਤਾਂ ਇਹ ਐਂਗਲ ਆਪਣੇ ਕੋਲ ਹੋਏਗਾ 60 ਡਿਗਰੀ ਦਾ। ਸੋ ਕੇਂਦਰ ਤੇ ਬਣਿਆ ਕੋਣ ਡਬਲ ਹੁੰਦਾ ਹੈ ਸਰਕਲ ਦੇ ਕਿਸੇ ਹੋਰ ਹਿੱਸੇ ਤੇ ਬਣੇ ਕੋਣ ਦਾ। ਹਾਂਜੀ, ਅਗਲੇ 49th ਕੁਐਸਚਨ ਤੇ ਆਉਂਦੇ ਹਾਂ। ਦ ਕਾਮਨ ਪੁਆਇੰਟ ਆਫ ਟੈਂਜੈਂਟ ਐਂਡ ਦ ਸਰਕਲ ਇਜ਼ ਕਾਲਡ ਡੈਸ਼। ਹਾਂਜੀ, ਸਰਕਲ, ਹਾਂਜੀ ਆਹ ਹੋ ਗਿਆ ਸਰਕਲ ਤੇ ਇੱਕ ਟੈਂਜੈਂਟ, ਆਹ ਹੋ ਗਈ ਆਪਣੇ ਕੋਲ ਟੈਂਜੈਂਟ। ਇਹਨਾਂ ਦਾ ਕਾਮਨ ਪੁਆਇੰਟ ਆਹ ਵਾਲਾ ਜਿੱਥੇ ਦੋਨੋਂ ਆਪਸ 'ਚ ਇੱਕ ਦੂਜੇ ਨੂੰ ਮਿਲਦੇ ਨੇ ਉਹਨੂੰ ਬੋਲਦੇ ਹੁੰਦੇ ਆਪਾਂ ਸਪਰਸ਼ ਬਿੰਦੂ, ਤੇ ਉਹਨੂੰ ਇੰਗਲਿਸ਼ 'ਚ ਬੋਲਦੇ ਆਪਾਂ ਪੁਆਇੰਟ ਆਫ ਕੰਟੈਕਟ। ਪੁਆਇੰਟ ਆਫ ਕੰਟੈਕਟ, ਜੋ ਕਿ ਪਿਆ ਆਪਣੇ ਕੋਲ ਬੀ ਆਪਸ਼ਨ ਦੇ ਵਿੱਚ ਸਾਂਝਾ ਬਿੰਦੂ। ਸੋ ਇਹ ਇਸ ਦਾ ਆਨਸਰ ਬਣੇਗਾ। ਅੱਗੇ ਆਉਂਦੇ ਹਾਂ ਆਪਾਂ 50th ਕੁਐਸਚਨ ਤੇ। ਇਫ ਦ ਐਂਗਲ ਬਿਟਵੀਨ two radii of a circle is 100 degree, then the angle between tangents at the ends of the radii is। ਹਾਂਜੀ, ਤਾਂ ਕਹਿੰਦਾ ਉਹਨਾਂ ਸਪਰਸ਼ ਰੇਖਾਵਾਂ ਦੇ ਵਿੱਚ ਕਿੰਨਾ ਕੋਣ ਹੋਏਗਾ। ਹਾਂਜੀ, ਆਪਣੇ ਕੋਲ ਕੀ ਦਿੱਤਾ ਹੋਇਆ ਡਾਇਗਰਾਮ ਦੇਖਦੇ ਹਾਂ। ਆਹ ਸਰਕਲ ਹੈ, ਸਰਕਲ ਦੇ ਆਹ ਦੋ ਹੋ ਗਏ ਅਰਧਵਿਆਸ ਰੇਡੀਅਸ ਦਿੱਤੇ ਹੋਏ ਨੇ ਆਪਾਂ ਨੂੰ, ਰੇਡੀਆਈ। ਇਹਨਾਂ ਦੇ ਐਂਡਸ ਦੇ ਉੱਤੇ ਜਿਹੜੀਆਂ ਸਪਰਸ਼ ਰੇਖਾਵਾਂ ਨੇ ਉਹ ਇਸ ਤਰ੍ਹਾਂ ਬਣ ਜਾਣਗੀਆਂ ਆਪਣੇ ਕੋਲ। ਆਹ ਐਂਗਲ ਉਹਨਾਂ ਨੇ ਦਿੱਤਾ ਹੋਇਆ ਆਪਾਂ ਨੂੰ 100 ਡਿਗਰੀ ਦਾ, ਆਹ ਵਾਲਾ। ਤਾਂ ਉਹਨਾਂ ਨੇ ਪੁੱਛਿਆ ਹੈ ਕਿ ਜਿਹੜੀਆਂ ਇਹ ਸਪਰਸ਼ ਰੇਖਾਵਾਂ ਇਹਨਾਂ ਦੇ ਵਿਚਲਾ ਕੋਣ ਕਿੰਨਾ ਹੋਏਗਾ। ਹਾਂਜੀ, ਆਪਾਂ ਨੂੰ ਪਤਾ ਹੈ ਆਹ ਵਾਲਾ ਐਂਗਲ ਜਿਹੜਾ ਸੈਂਟਰ 'ਤੇ ਬਣਦਾ ਹੈ ਤੇ ਆਹ ਵਾਲਾ ਐਂਗਲ ਜਿਹੜਾ ਟੈਂਜੈਂਟਸ ਦੇ ਵਿੱਚ ਬਣਦਾ, ਇਹ ਆਪਸ 'ਚ ਹੁੰਦੇ ਨੇ ਸਪਲੀਮੈਂਟਰੀ, ਸੰਪੂਰਕ, ਯਾਨੀ ਕਿ ਇਹਨਾਂ ਦਾ ਜੋੜ ਹੁੰਦਾ ਹੈ 180 ਡਿਗਰੀ ਦਾ। ਉਹਦੇ ਵਿੱਚੋਂ ਆਹ ਐਂਗਲ ਇੱਕ ਪਤਾ ਹੈ ਆਪਾਂ ਨੂੰ 100 ਡਿਗਰੀ ਦਾ, ਇਹ ਸਬਟਰੈਕਟ ਕਰ ਦਿਆਂਗੇ ਤਾਂ 80 ਡਿਗਰੀਜ਼ ਦਾ ਆ ਜਾਏਗਾ ਆਪਣੇ ਕੋਲ ਆਨਸਰ, ਜੋ ਕਿ ਪਿਆ ਹੈ ਸੀ ਆਪਸ਼ਨ ਦੇ ਵਿੱਚ। ਆਉਂਦੇ ਹਾਂ ਅਗਲੇ ਕੁਐਸਚਨ ਤੇ 51st ਕੁਐਸਚਨ ਤੇ। ਦੇयर ਆਰ ਡੈਸ਼ ਟੈਂਜੈਂਟਸ ਪੋਸੀਬਲ ਐਟ ਅ ਪੁਆਇੰਟ ਔਨ ਦ ਸਰਕਲ। ਕਹਿੰਦਾ ਸਰਕਲ ਦੇ ਉੱਪਰ ਕਿਸੇ ਇੱਕ ਪੁਆਇੰਟ 'ਤੇ ਕਿੰਨੀਆਂ ਟੈਂਜੈਂਟਸ ਨੇ ਜਿਹੜੀਆਂ ਉਹ ਪੋਸੀਬਲ ਨੇ। ਹਾਂਜੀ, ਆਹ ਹੋ ਗਿਆ ਸਰਕਲ। ਸਰਕਲ ਦੇ ਉੱਪਰ ਕੋਈ ਵੀ ਜੇਕਰ ਆਪਾਂ ਪੁਆਇੰਟ ਲੈ ਲਈਏ ਇਹਦੇ ਵਿੱਚੋਂ ਆਪਾਂ ਸਿਰਫ ਤੇ ਸਿਰਫ ਇੱਕੋ ਹੀ ਟੈਂਜੈਂਟ ਡਰੋ ਕਰ ਸਕਦੇ ਹਾਂ, ਕਿਉਂਕਿ ਜੇਕਰ ਆਪਾਂ ਹੋਰ ਡਰੋ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸਰਕਲ ਦੀਆਂ ਟੈਂਜੈਂਟਸ ਨਾ ਹੋ ਕੇ ਸੀਕੈਂਟਸ ਬਣ ਜਾਣਗੀਆਂ। ਜਿਵੇਂ ਤੁਸੀਂ ਦੇਖ ਸਕਦੇ ਹੋ ਆਹ ਵਾਲੀ ਤੇ ਆਹ ਵਾਲੀ ਸੀਕੈਂਟ ਬਣ ਗਿਆ। ਕੋਈ ਹੋਰ ਵੀ ਡਰੋ ਕਰਾਂਗੇ ਤਾਂ ਉਹ ਵੀ ਸੀਕੈਂਟ ਬਣ ਜਾਏਗੀ, ਯਾਨੀ ਛੇਦਕ ਰੇਖਾ। ਤਾਂ ਟੈਂਜੈਂਟ ਸਿਰਫ ਇੱਕ ਹੀ ਹੁੰਦੀ ਹੈ। ਸੋ ਏ ਆਪਸ਼ਨ ਇਸ ਦੇ ਲਈ ਕਰੈਕਟ ਆਪਸ਼ਨ ਹੋਏਗੀ। ਸਰਕਲ ਨੂੰ ਇੱਕ ਪੁਆਇੰਟ 'ਤੇ ਇੱਕੋ ਹੀ ਟੈਂਜੈਂਟ ਹੁੰਦੀ ਹੈ। ਹਾਂ, ਜੇਕਰ ਆਪਾਂ ਸਰਕਲ ਨੂੰ ਟੋਟਲ ਟੈਂਜੈਂਟਸ ਦੇਖਣੀਆਂ ਹੋਣ ਇਸ ਤਰ੍ਹਾਂ ਜਿਹੜੀਆਂ ਵੱਖ-ਵੱਖ ਬਿੰਦੂਆਂ 'ਚ ਹੋ ਕੇ ਲੰਘਦੀਆਂ ਨੇ, ਉਹ ਹੋਣਗੀਆਂ ਆਪਣੇ ਕੋਲ ਅਣਗਿਣਤ। ਸੋ ਇੱਕ ਬਿੰਦੂ 'ਤੇ ਸਿਰਫ ਇੱਕ ਸਪਰਸ਼ ਰੇਖਾ, ਸਰਕਲ ਨੂੰ ਟੋਟਲ ਜਿਹੜੀਆਂ ਸਪਰਸ਼ ਰੇਖਾਵਾਂ ਨੇ ਉਹ ਅਣਗਿਣਤ ਹੋ ਸਕਦੀਆਂ ਨੇ। ਹਾਂਜੀ, ਅਗਲੇ 52nd ਕੁਐਸਚਨ ਤੇ ਆਉਂਦੇ ਹਾਂ। ਦ ਟੈਂਜੈਂਟਸ ਡਰਾਨ ਐਟ ਦ end points of diameter of a circle are dash to each other। ਹਾਂਜੀ, ਇਸ ਦੇ ਲਈ ਆਪਸ਼ਨਸ ਨੇ ਆਪਣੇ ਕੋਲ ਇੰਟਰਸੈਕਟਿੰਗ, ਫਿਰ ਕੋਇਨਸੀਡੈਂਟ ਸੰਪਾਤੀ, ਪੈਰਲਲ ਸਮਾਂਤਰ ਤੇ ਡੀ ਇਹਨਾਂ ਦੇ ਵਿੱਚੋਂ ਕੋਈ ਨਹੀਂ। ਹਾਂਜੀ, ਉਹ ਕਹਿ ਕੀ ਰਿਹਾ ਡਾਇਗਰਾਮ ਦੇ ਥਰੂ ਸਮਝਦੇ ਹਾਂ। ਆਪਣੇ ਕੋਲ ਇੱਕ ਸਰਕਲ ਹੈ, ਕਹਿੰਦਾ ਸਰਕਲ ਦਾ ਇੱਕ ਦਿੱਤਾ ਹੋਇਆ ਡਾਇਆਮੀਟਰ। ਸੋ ਇਹ ਸੇ ਉਸ ਦਾ ਸੈਂਟਰ ਹੈ, ਸੈਂਟਰ ਦੇ ਵਿੱਚੋਂ ਜਿਹੜੀ ਲਾਈਨ ਜਾਏਗੀ ਉਹ ਡਾਇਆਮੀਟਰ ਹੋਏਗੀ। ਡਾਇਆਮੀਟਰ ਦੇ ਐਂਡਸ ਦੇ, ਯਾਨੀ ਇੱਕ ਇਸ ਐਂਡ 'ਤੇ ਆਹ, ਇੱਕ ਇਸ ਵਾਲੇ ਐਂਡ 'ਤੇ ਉੱਤੇ ਜੇਕਰ ਆਹ ਟੈਂਜੈਂਟ ਡਰੋ ਕਰਾਂਗੇ ਤਾਂ ਇਹ ਆਪਸ ਦੇ ਵਿੱਚ ਹੋਣਗੀਆਂ ਪੈਰਲਲ, ਯਾਨੀ ਕਿ ਸਮਾਂਤਰ। ਸੋ ਇਹਨਾਂ 'ਚੋਂ ਜਿਹੜੀ ਸੀ ਆਪਸ਼ਨ ਹੈ ਉਹ ਕਰੈਕਟ ਆਪਸ਼ਨ ਹੋਏਗੀ। ਅਤੇ ਇਹਦੇ ਨਾਲ ਦਾ ਇੱਕ ਕੁਐਸਚਨ ਵੀ ਹੈ ਤੁਹਾਡੇ ਚੈਪਟਰ 10 ਦੀ ਐਕਸਰਸਾਈਜ਼ 10.2 ਦੇ ਵਿੱਚ, ਜਿਹਦੇ ਵਿੱਚ ਪ੍ਰੂਵ ਕਰਨਾ ਹੁੰਦਾ ਕਿ ਸਰਕਲ ਦੇ ਡਾਇਆਮੀਟਰ ਦੇ ਐਂਡਸ ਦੇ ਉੱਤੇ ਜਿਹੜੀਆਂ ਟੈਂਜੈਂਟਸ ਹੁੰਦੀਆਂ ਨੇ ਉਹ ਹੁੰਦੀਆਂ ਨੇ ਪੈਰਲਲ। ਇਹ ਕੁਐਸਚਨ 2 ਨੰਬਰ 'ਚ ਆ ਵੀ ਸਕਦਾ ਹੈ। ਸੋ ਇਹ ਤੁਸੀਂ ਉੱਥੇ ਕਰ ਲੈਣਾ, ਸਬਜੈਕਟਿਵ ਕੁਐਸਚਨ ਹੈ ਜਿਹੜਾ। ਫਿਲਹਾਲ ਇੱਥੇ ਆਪਾਂ ਦੱਸਾਂਗੇ ਕਿ ਉਹ ਇੱਕ ਦੂਜੇ ਦੇ ਪੈਰਲਲ, ਯਾਨੀ ਕਿ ਸਮਾਂਤਰ ਹੋਣਗੀਆਂ।
सो सी ऑप्शन है जिहड़ी ओह इस क्वेश्चन दे लई करैक्ट ऑप्शन है अपने कोल। ओके अगे आने आपां 53rd क्वेश्चन ते कहंदा अ टेंजेंट पी क्यू एट अ पॉइंट पी of a circle of radius 3 centimeter meets a line through the center O at a point Q so that OQ is 4 centimeter then the length of PQ। हाँ जी डायग्राम बनाने हैं यदि फिर सॉल्व करते हैं इनू आपां। अपने कोल है एक सर्कल जिसका कि रेडियस दिता होया आपां नू 3 सेंटीमीटर। इत्थे है अपने कोल सेंटर ओ ते आ पॉइंट है अपने कोल पी। तां कहंदा है पी क्यू है अपने कोल एक टेंजेंट। सो ए होएगी टेंजेंट ते इत्थे है क्यू। ओ ते क्यू नू मिलाइए तां आ दिता होया आपां नू 4 सेंटीमीटर। आपां पी क्यू दी लेंथ है जिहड़ी ओह पता करनी है। इहदे विच आ एंगल होएगा 90 डिग्री क्योंकि रेडियस ते टेंजेंट दे विच 90 डिग्री दा एंगल हुंदा है। सो यह होएगी अपने कोल एक राइट ट्रायंगल तो राइट ट्रायंगल दे विच जो दो साइड्स पता होण तां आपां पाइथागोरस थ्योरम लगा के तीजी साइड पता कर सकते हैं। तो पाइथागोरस थ्योरम के अकॉर्डिंग अपने कोल 90 के ओपोजिट यानी कि हाइपोटेन्यूज है 4 सेंटीमीटर वो आ जाएगा एक साइड ते अपने कोल। दूसरी साइड के उत्ते OP का स्क्वेयर प्लस PQ का स्क्वेयर यह आ जाएगा अपने कोल। तो OP है अपने कोल 3 सो 3 का स्क्वेयर प्लस PQ जिसकी लेंथ पता करनी है उसका स्क्वेयर इक्वल्स टू 16। हाँ जी 3 का स्क्वेयर 9 प्लस PQ स्क्वेयर इज इक्वल्स टू 16। ये 9 जाके इधर सबट्रैक्ट करांगे तो PQ स्क्वेयर आ जाएगा अपने कोल 7। तो PQ आ गया अपने कोल √7 सेंटीमीटर। पर ऑप्शनस दे विच किसी च भी √7 अपने कोल है नहीं गा। सो ये किते स्टेटमेंट दे विच किते कोई प्रॉब्लम है थोड़ी जी। डायग्राम यदि इस तरह ही बनेगी। हाँ जेकर यह लेंस अपन कुछ होर दित्तियां होंदियां तो मे बी जिहड़ियां ऑप्शनस ने उन्हां विचों कोई अपनी सही ऑप्शन आ जाती। सो क्वेश्चन सॉल्व करने का तरीका यह है। सो इस दे अकॉर्डिंग तुसीं इहनूं सॉल्व कर सकते हो। हाँ जी अगे आने 54th क्वेश्चन ते इफ द एंगल बिटवीन टू टेंजेंट्स ड्रान फ्रॉम अ पॉइंट P टू अ सर्कल ऑफ रेडियस A एंड सेंटर O इज़ 90 डिग्री। हाँ जी टेंजेंट्स के विच एंगल 90 डिग्री दिता होया है तो OP की लेंथ पूछी हुई है। पॉइंट जिहड़ा बाहर है जिथों टेंजेंट्स ड्रॉ कीतियां ने वो है P। ओके दी डायग्राम ड्रॉ करते हैं। हाँ जी ये अपने कोल दो टेंजेंट्स इस तरह बाहरी पॉइंट तो P तो आपां ले लांगे ये आपां दित्तियां हुई ने। हाँ जी सर्कल का सेंटर तो यह हो गया रेडियस। रेडियस दिता होया आपां नूं A सेंटर O आ एंगल है जिहड़ा यह दिता होया 90 डिग्री का। तो OP की जिहड़ी लेंथ है यह पता करनी है। आ एंगल होएगा 90 क्योंकि रेडियस तो टेंजेंट दे विच 90 डिग्री का एंगल हुंदा है अपने कोल। तो इत्थे कोई पॉइंट A ले लैंदे आ। हुण आपां लभना OP। हुण आ जिहड़ी ट्रायंगल है आ हेठां वाली OPA ते OPB ये दोनों हो जाणगियां कॉन्ग्रुएंट क्योंकि इन्हां दे विच आ दोने अर्धव्यास बारी बिंदु तो स्पर्श रेखावां इक्वल ते आह सांझा करण कह सकते हो क्योंकि 90 के सामने है। सो बाय SSS ये हो जाएंगे कॉन्ग्रुएंट यानी कि सरबंग सम। तो बाय CPCT आ वाला एंगल तो आ वाला एंगल होणगे इक्वल तो दोनों इहदा मतलब 45 डिग्री के हो जाएंगे। सो आ एंगल आपां नूं मिल गया। हुण आपां इस ट्रायंगल दे विच्चों OPA दे विच्चों आ लेंथ आपां नूं पता है यानी कि जिहड़ा एंगल आ 45 है उहदे सामने वाली साइड परपेंडिकुलर आपां नूं पता है तो आपां हाइपोटेन्यूज यानी कि करण पता करना है। तो परपेंडिकुलर तो हाइपोटेन्यूज वाला कंसैप्ट किहदे विच हुंदा कि ट्रिग्नोमैट्री च हुंदा साइन च P/H इज इक्वल्स टू साइन थीटा। हुण P है अपने कोल इत्थे सर्कल का रेडियस A/H यानी OP जो आपां पता करनी है बराबर साइन थीटा है 45 डिग्री। सो साइन 45 डिग्री इहदा मतलब A/OP इज इक्वल्स टू साइन 45 1/√2 क्रॉस मल्टीप्लाई करांगे तो OP अपने को आ जाएगी आह √2 इंटू A। सो A√2 या √2 इंटू A। सो B ऑप्शन इस दे लई करैक्ट ऑप्शन बनेगी अपने को। अगले 55th क्वेश्चन ते आने द डिस्टेंस बिटवीन टू पैरेलल टेंजेंट्स ऑफ अ सर्कल ऑफ रेडियस 4 सेंटीमीटर इज।
हाँ जी, सर्कल का रेडियस दे रखा उन्होंने आपां नूं ते वो है अपने कोल 4 सेंटीमीटर। ये कह दिता। कहता इस सर्कल दीयां जिहड़ियां दो पैरल टेंजेंट्स होणगीਆਂ, जिवें आपां पहलां भी गल कीती है, पैरल टेंजेंट्स एक इधर होएगी तो एक इधर होएगी अपने कोल इस तरह। तो उन्हां विचली दूरी कितनी होएगी? हाँ जी, रेडियस दिता होया, उन्हां विचली दूरी तो डायमीटर के इक्वल होएगी। सो 4 आह तो 4 इधर आह। सो डायमीटर हो गया 8 सेंटीमीटर का, उही इन्हां विचली दूरी होएगी। सो 8 सेंटीमीटर इसका आएगा आंसर, जो कि पे अपने कोल डी ऑप्शन दे विच। हाँ जी, अगे आने आपां 56th क्वेश्चन ते। ट्राइंगल ABC ते ट्राइंगल DEF दे विच कहंदा एंगल B ते एंगल E इक्वल ने, एंगल C ते F भी इक्वल ने, तो AB है डबल ऑफ DE दे इक्वल। तां कहंदा दोवें ट्राइंगल्स ने जिहड़ियां ओह सरबंग सम परंतु समरूप नहीं, यानी कि कॉन्ग्रुएंट तो हैगियां पर सिमिलर नहीं हैगियां। अगे कहंदा समरूप ने सरबंग सम नहीं, यानी कि सिमिलर हैगियां पर कॉन्ग्रुएंट नहीं। अगे कहंदा ना ही सरबंग सम ना ही समरूप, यानी कि ना ही कॉन्ग्रुएंट ते ना ही सिमिलर। तो अगली च कहंदा कि सरबंग सम ते समरूप दोनों ही, यानी कि कॉन्ग्रुएंट ते सिमिलर दोनों ही ने। हाँ जी, जो आपां नूं दिता होया उस दे अकॉर्डिंग दोनों दे विच एक एंगल आ इक्वल हो गया, एक एंगल आ इक्वल हो गया। हुण दो ट्रायंगल्स दे जेकर दो एंगल्स इक्वल हो जाण तो तीजा ऑटोमैटिकली इक्वल होगा। ਇਹਦਾ मतलब दोनों ट्रायंगल्स ਦੇ ਜਿਹੜੀਆਂ ਆਪਾਂ ਨੂੰ ਦਿੱਤੀਆਂ ਹੋਈਆਂ ABC ਤੇ DEF ਉਹਨਾਂ ਦੇ ਤਿੰਨੋਂ ਐਂਗਲਸ ਨੇ ਜਿਹੜੇ ਉਹ ਹੋ ਗਏ ਇਕੁਅਲ। ਤੇ ਤਿੰਨੋਂ ਐਂਗਲਸ ਇਕੁਅਲ ਹੋ ਗਏ। ਵੈਸੇ ਤਾਂ ਦੋ ਦੀ ਹੀ ਗੱਲ ਕਰਦੇ ਹੁੰਦੇ ਆਪਾਂ, ਤਿੰਨੋਂ ਐਂਗਲਸ ਇਕੁਅਲ ਹੋ ਗਏ ਤਾਂ ਉਹ ਸਮਰੂਪਤਾ ਹੋ ਗਈਆਂ। ਸੋ ਇਹਨੂੰ ਤਾਂ ਆਪਾਂ ਝੁਠਲਾ ਨਹੀਂ ਸਕਦੇ, ਸਮਰੂਪ ਯਾਨੀ ਕਿ ਸਿਮਿਲਰ ਤਾਂ ਹੋ ਹੀ ਗਈਆਂ ਉਹ। ਹੁਣ ਇੱਥੋਂ ਜਿਹੜੀ ਸਾਈਡਸ ਦਿੱਤੀਆਂ ਹੋਈਆਂ ਉਹਦੇ ਅਕੋਰਡਿੰਗ ਦੇਖੋ, ਇੱਕ ਤੇ ਦੂਜੀ ਦੇ ਵਿੱਚ ਇੱਕ ਸਾਈਡ ਹੈ ਜਿਹੜੀ ਉਹ ਦੂਜੀ ਦਾ ਹੈ ਡਬਲ। ਹੁਣ ਕਿਉਂਕਿ ਉਹ ਸਮਰੂਪ ਹੋ ਗਈਆਂ ਤਾਂ ਸਾਰੀਆਂ ਦੀ ਜਿਹੜੀ ਰੇਸ਼ੋ ਹੈ ਉਹ 1:2 ਦੇ ਅਨੁਪਾਤ 'ਚ ਹੋਏਗੀ। ਇਹਦਾ ਮਤਲਬ ਭੁਜਾਵਾਂ ਬਰਾਬਰ ਨਹੀਂ ਹੈਗੀਆਂ, ਭੁਜਾਵਾਂ ਵੱਡੀਆਂ ਛੋਟੀਆਂ ਨੇ, ਇੱਕ ਦੀਆਂ ਛੋਟੀਆਂ ਨੇ ਦੂਜੀ ਦੀਆਂ ਵੱਡੀਆਂ ਨੇ। ਤੇ ਜੇਕਰ ਭੁਜਾਵਾਂ ਵੱਡੀਆਂ ਛੋਟੀਆਂ ਹੋ ਗਈਆਂ ਤਾਂ ਉਹ ਸਰਬੰਗ ਸਮ ਕਿਵੇਂ ਹੋ ਸਕਦੀਆਂ ਨੇ? ਕਿਉਂਕਿ ਸਰਬੰਗ ਸਮ ਯਾਨੀ ਕਿ ਕੌਨਗਰੂਐਂਟ ਟ੍ਰਾਇੰਗਲਸ ਉਹ ਹੁੰਦੀਆਂ ਨੇ ਜਿਹੜੀਆਂ ਇੱਕ ਦੂਜੀ ਨੂੰ ਪੂਰੀਆਂ ਢੱਕ ਸਕਣ। तो इस केस दे विच क्योंकि भुजावां बराबर नहीं होणगियां तो एक दूजी नूं ढकणगियां नहीं, एक वड्डी होएगी एक छोटी, इसलिए वो सरबंग सम नहीं हो सकदियां। हाँ, क्योंकि एंगल्स इक्वल ने, वो समरूप जरूर होणगियां। सो समरूप परंतु सरबंग सम नहीं, बी ऑप्शन है जिहड़ी यह इस दी करैक्ट ऑप्शन होएगी। हाँ जी, अगे 57th क्वेश्चन है अपने कोल। जेकर कहंदा ट्रायंगल ABC ते PQR समरूप ने यानी कि सिमिलर ने, एंगल ए दिता होया, एंगल क्यू दिता होया दूजी ट्रायंगल चों, तो एंगल सी पुछया होया। हाँ जी, ये आप देख सकते हैं क्योंकि यह समरूप ने तो एंगल ए है जिहड़ा ओह पी दे इक्वल होएगा, एंगल बी है जिहड़ा ओह क्यू दे इक्वल होएगा, तो एंगल सी एंगल आर दे इक्वल होएगा। हुण जेकर आपां नूं ए भी दिता होया, जिहड़ा बी है ओह इक्वल होना क्यू दे, ते क्यू दी वैल्यू अपने कोल है, ਇਹਦਾ मतलब बी भी मिल गया आपां नूं। हुण इस ट्रायंगल दे विचों ए ते बी है तो सी लभ ही सकते हैं आपां एंगल सम प्रॉपर्टी के थ्रू। तो हुण जिहड़े दो एंगल्स अपने कोल हैगे ने ओह हो गए ये दोनों, इन्हां दोनों का जोड़ 180 जो सबट्रैक्ट कर दिंदे आ। सो पहलां जोड़ लैंदे आ, 7 3 10 8 1 9 4 13, इनू 180 चो सबट्रैक्ट करांगे 50 डिग्री आ जाएगी अपने कोल एंगल सी दी वैल्यू। देखते हैं कित्थे पई है ये 50 डिग्री पे अपने को ए ऑप्शन दे विच, तो ए ऑप्शन इस दे लई करैक्ट ऑप्शन है। हाँ जी, अगे आने 58th क्वेश्चन ते। हेठ दित्तिआं विचों किहड़ियां समकोणी त्रिभुज दीआं भुजावां नहीं हन? हाँ जी, आपां नूं पता है समकोणी त्रिभुज है तो पाइथागोरस थ्योरम सैटिस्फाई होएगी। तो पाइथागोरस थ्योरम के अकॉर्डिंग इन्हां तिन्नां दे विचों जिहड़ी वड्डी साइड होएगी उसका स्क्वेयर बाकी दो छोटियां साइड्स के स्क्वेयर्स के सम दे इक्वल होना चाहिए। इत्थे आपां देख सकते हैं पहली दे विच 500 का जिहड़ा स्क्वेयर है जो कि बन जाएगा 25, पिछे 4 जीरोज़, इहदा स्क्वेयर आ जाएगा अपने कोल 9, पिछे 4 जीरोज़, तो इहदा आ जाएगा 16, पिछे 4 जीरोज़। हाँ जी, इत्थों यह 25 पिछे 4 जीरोज़, तो ये तो इक्वल हो गए। सो ये तो हो सकदियां ने। उस बाद यदि गल कर लीए सी ऑप्शन की, तो वड्डी है इन्हां दे विचों √5, उसका स्क्वेयर करांगे तो 5, दूजी साइड ते 2 का स्क्वेयर 4 तो 1 का स्क्वेयर 1,
ਤਾਂ ਇਹ ਵੀ ਆਪਣੇ ਕੋਲ ਬਰਾਬਰ ਆ ਗਏ। ਸੋ A ਵੀ ਹੋ ਸਕਦੀ ਹੈ, C ਵੀ ਹੋ ਸਕਦੀ ਹੈ। ਅੱਗੇ ਜਾਂਦੇ ਹਾਂ, D ਦੀ ਗੱਲ ਕਰ ਲਈਏ ਤਾਂ ਹਾਂਜੀ ਇਹਨਾਂ 'ਚੋਂ ਛੋਟੀਆਂ ਨੇ 5 ਅਤੇ 7, 25 ਇਜ਼ ਦਾ ਸਕੇਅਰ, 7 ਦਾ ਸਕੇਅਰ 49, 9 5 14, 1 4 ਅਤੇ 2 6 ਅਤੇ 1 7, ਇਹ ਹੋ ਗਿਆ 74। ਉੱਧਰ 9 ਦਾ ਸਕੇਅਰ ਹੁੰਦਾ 81। ਸੋ ਇਹ ਤਾਂ ਆਪਸ 'ਚ ਇਕੁਅਲ ਨਹੀਂ ਆਏ। ਸੋ ਡੀ ਆਪਸ਼ਨ ਹੀ ਹੈ ਜਿਹੜੀ ਉਹ ਕਰੈਕਟ ਆਪਸ਼ਨ ਹੋਏਗੀ। ਬੀ ਆਪਸ਼ਨ ਲਈ ਤੁਸੀਂ ਚੈੱਕ ਕਰ ਸਕਦੇ ਹੋ, ਇਹ ਵੀ ਜਿਹੜੀਆਂ ਹੈ ਸੈਟਿਸਫਾਈ ਕਰਨਗੀਆਂ ਪਾਈਥਾਗੋਰਸ ਥਿਊਰਮ ਨੂੰ। ਸੋ ਡੀ ਆਪਸ਼ਨ ਕਰੈਕਟ ਆਪਸ਼ਨ ਹੈ। ਹਾਂਜੀ ਅੱਗੇ ਆਉਂਦੇ ਹਾਂ, ਸਾਰੇ ਚੱਕਰ ਡੈਸ਼ ਹੁੰਦੇ ਹਨ। ਹਾਂਜੀ ਸਾਰੇ ਚੱਕਰ ਹੁੰਦੇ ਨੇ ਸਮਰੂਪ, ਕਿਉਂਕਿ ਕੋਈ ਛੋਟਾ ਹੋਏਗਾ ਕੋਈ ਵੱਡਾ ਹੋਏਗਾ। ਇਹ ਸਮਰੂਪ ਦੇਖਣ ਨੂੰ ਇਹਨਾਂ ਦਾ ਰੂਪ ਯਾਨੀ ਕਿ ਸ਼ਕਲ ਇੱਕੋ ਜਿਹੀ ਹੈ। ਸੋ ਇਹ ਸਮਰੂਪ ਹੁੰਦੇ ਨੇ ਯਾਨੀ ਕਿ ਸਿਮਿਲਰ ਹੁੰਦੇ ਨੇ। ਅੱਗੇ ਆਉਂਦੇ ਹਾਂ 60 ਤੇ ਸਾਰੇ ਵਰਗ ਜਿਵੇਂ ਆਪਾਂ ਚੱਕਰ ਦੀ ਗੱਲ ਕੀਤੀ ਹੈ ਉਸੇ ਤਰ੍ਹਾਂ ਸਾਰੇ ਵਰਗ ਵੀ ਸਿਮਿਲਰ ਯਾਨੀ ਕਿ ਸਮਰੂਪ ਹੁੰਦੇ ਨੇ। ਸਾਰੇ ਸਕੁਏਅਰਸ, ਸਾਰੇ ਡੈਸ਼ ਤ੍ਰਿਭੁਜ ਸਮਰੂਪ ਹੁੰਦੇ ਹਨ। ਹਾਂਜੀ ਇਹਦਾ ਆਨਸਰ ਆਏਗਾ ਸਮਭੁਜੀ ਯਾਨੀ ਕਿ ਇਕੁਲੇਟਰਲ ਟ੍ਰਾਇੰਗਲਸ ਹੁੰਦੀਆਂ ਨੇ ਜਿਹੜੀਆਂ ਸਾਰੀਆਂ ਉਹ ਸਮਰੂਪ ਯਾਨੀ ਕਿ ਸਿਮਿਲਰ ਹੁੰਦੀਆਂ ਨੇ। ਸੋ ਸਟੂਡੈਂਟਸ ਇਸ ਦੇ ਨਾਲ ਹੀ ਤੁਹਾਡੇ ਲਈ ਜੋ ਡਿਪਾਰਟਮੈਂਟ ਨੇ 1-1 ਨੰਬਰ ਦੇ ਕੁਐਸਚਨਸ ਭੇਜੇ ਸੀ ਉਹਨਾਂ ਦਾ ਸੋਲਿਊਸ਼ਨ ਹੁੰਦਾ ਕੰਪਲੀਟ। ਮੈਨੂੰ ਉਮੀਦ ਹੈ ਜੋ ਇਹ ਆਪਾਂ ਕੁਐਸਚਨਸ ਡਿਸਕਸ ਕੀਤੇ ਨੇ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਅਤੇ ਤੁਸੀਂ ਆਪਣੇ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਇਸ ਤੋਂ ਜ਼ਰੂਰ ਫਾਇਦਾ ਉਠਾਓਗੇ। ਵੀਡੀਓ ਚੰਗੀ ਲੱਗੀ ਹੋਏ ਤਾਂ ਇਸ ਨੂੰ ਲਾਈਕ ਕਰਨਾ ਅਤੇ ਆਪਣੇ ਹੋਰ ਫਰੈਂਡਸ ਅਤੇ ਸਟੂਡੈਂਟਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ। ਅਤੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕਸ।